राग मलार महला पहला। मास मास कर मूर्ख झगड़े, ज्ञान ध्यान नहीं जाने। कौन मास कौन साग कहावे, किसमें पाप समाने। गेंडा मार होम जग किए, देवतियां की बाणे। मास छोड़ बैस नक पकड़े, राती मानस खाने। फड़कर लोका नो दखलावे, ज्ञान ध्यान नहीं सुझे। नानक ऐसे सो क्या कहिए, कहे न कहा बुझे। अंधा सोए जे अंध कमावे, तिस हृदय से लोचन नाही। मात पिता रक्त न पन्ने, मच्छी मांस न खाए। स्त्री पुरखे जान समेला, ओथे मंद कमाही। मासो निम्मे मासो जमे, हम मासे के पांडे। ज्ञान ध्यान कुछ सूझे नहीं, चित्र कहावे पांडे। बाहर का मास मंदा स्वामी, कर का मास चंगेरा। जी जंत सब मासो होए, जी लया नवेरा। जी जंत सब मासो होए, जी लया बसेरा। अपख पखे पख तज छोड़े, अंध गुरु जन केरा। मासो निम्मे मासो जमे, हम मासे के पांडे। ज्ञान ध्यान कुछ सूझे नहीं, चित्र कहावे पांडे। मास पुराणे मास कते भी, चौजुग मास कमाना। जज कज ब्याह सुहावे, उसे मास सुमाना। जज काज ब्याह सुहावे, उथे मास समाना। स्त्री पुरख निपजे मासे, पातशाह सुल्ताना। जे ओए दिसे नरक जांदे, ता उसका दान न लेना। दिंदे नरक सुर्ग लेंदे, देखो ए तिंगाणा। आप ना बुझे लोक बजाए, पांडे खरा सियाणा। पांडे तुम जाने ही नहीं, किथे मास अपना। तोहे अन्न कमाद कपाहा, तोहे त्रै पवन गन्ना। तो आखे तो वो विदक्ष, तोए बहुत बिकारा। इते रस छोड़ होवे सन्यासी, नानक कहे बेचारा। तो आपे तो वो विदक्ष, तोए बहुत बिकारा। इते रस छोड़ होवे सन्यासी, नानक कहे बेचारा। ये शब्द सतगुर नानक पातशाह जी दा राग मलार विच श्री गुरु ग्रंथ साहिब जी दे विच 1299 पेज ते सुशोभित है। सतगुर नानक पातशाह की खाना है कि नहीं खाना, की पहनना है कि नहीं पहनना, ये जो भरम लोकां दे विच पा के पांडे नूं समझा रहे हैं कि तू ये जो रीतां दस रहा है, जदों तैनूं पता ही नहीं है कि किहड़ी चीज़ कित्थों आई ते कित्थे जानी है,
ਲੋਕਾਂ ਦੇ ਵਿੱਚ ਭਰਮ ਪਾਲ ਕੇ ਇਹ ਜੋ ਰੀਤੀ ਰਿਵਾਜ ਬਣਾ ਰਿਹਾ ਹੈ, ਇਹ ਲੋਕਾਂ ਦੇ ਭਲੇ ਨਹੀਂ ਹੈ, ਭਲੇ ਲਈ ਨਹੀਂ ਹਨ। ਕਿਉਂਕਿ ਇਹਨਾਂ ਨਾਲ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਹੋਵੇਗੀ। ਕਿਉਂਕਿ ਜੋ ਮਾंस ਖਾਂਦੇ ਆ ਉਹ ਦੂਸਰਿਆਂ ਨੂੰ ਮਾੜਾ ਕਹਿਣਗੇ ਤੇ ਦੂਸਰੇ ਮਾंस ਖਾਣ ਵਾਲੇ ਨੂੰ ਮਾੜਾ ਕਹਿਣਗੇ। ਕੌਣ ਸਾਗ ਹੈ, ਕੌਣ ਮਾंस ਹੈ, ਜਦੋਂ ਇਹ ਬੜੀ ਹੀ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਪਤਾ ਲੱਗਦਾ ਹੈ। ਕਿਉਂਕਿ ਸਾਰੀਆਂ ਜਿੰਨੀਆਂ ਵਿਚਾਰੇ ਖਾਣੀਆਂ ਦੀ ਉਪਜ ਹੈ, ਇਹ ਪਹਿਲੇ ਪਾਤਸ਼ਾਹ ਜੀ ਸਮਝਾ ਰਹੇ ਆ ਕਿ ਉਸ ਪਰਮਾਤਮਾ ਦੀ ਦੇਣ ਹੈ ਅਤੇ ਜੋ ਵੀ ਦੁਨੀਆ ਤੇ ਪੈਦਾ ਹੋਇਆ ਉਸ ਨੂੰ ਕਿਸੇ ਨਾ ਕਿਸੇ ਦੇ ਰੂਪ ਦੇ ਵਿੱਚ ਇਹ ਚਾਰੇ ਖਾਣੀਆਂ ਦੇ ਵਿੱਚੋਂ ਲਿਆ ਜਾਂਦਾ ਹੈ, ਖਾਧਾ ਜਾਂਦਾ ਹੈ। ਕਿਉਂਕਿ ਇਹ ਸਾਰੀ ਜਿਹੜੀ ਚਾਰੇ ਖਾਣੀਆਂ ਜੋ ਬ੍ਰਹਿਮੰਡ ਹੈ, ਇਸ ਨੇ ਅਕਸਰ ਨਾਸ ਹੋਣਾ ਹੈ। ਪਰ ਮਨ ਦੇ ਵਿੱਚ ਜੇਕਰ ਪਰਮਾਤਮਾ ਦਾ ਨਾਮ ਨਹੀਂ ਹੈ ਤੇ ਖਾਣ ਦੇ ਨਾਲ ਜਾਂ ਛੱਡਣ ਦੇ ਨਾਲ ਜੇਕਰ ਅਸੀਂ ਕਹੀਏ ਕਿ ਪਰਮਾਤਮਾ ਦੇ ਨੇੜੇ ਹੋ ਜਾਵਾਂਗੇ ਤਾਂ ਨਹੀਂ ਹੋਇਆ ਜਾ ਸਕਦਾ। ਕਿਉਂਕਿ ਵਿਕਾਰ ਜਿਹੜੇ ਆ ਸਾਡੇ ਮਨ ਦੇ ਵਿੱਚ ਹੈ। ਜੇਕਰ ਸਾਡਾ ਹੱਥ ਪੈਰ ਲਿਬੜ ਜਾਣ, ਕੱਪੜੇ ਖਰਾਬ ਹੋ ਜਾਣ ਤਾਂ ਅਸੀਂ ਉਹਨਾਂ ਨੂੰ ਪਾਣੀ ਲੈ ਕੇ ਸਾਬਣ ਲੈ ਕੇ ਧੋ ਸਕਦੇ ਹਾਂ। ਪਰ ਮਨ ਦੇ ਵਿਕਾਰਾਂ ਨੂੰ ਜੇਕਰ ਸਾਫ਼ ਕਰਨਾ ਹੈ ਤਾਂ ਉਹ ਨਾਮ ਤੋਂ ਬਿਨਾਂ ਨਹੀਂ ਹੋ ਸਕਦੇ। ਸੋ ਇਹੋ ਜਿਹੇ ਰੀਤੀ ਰਿਵਾਜਾਂ ਨੂੰ ਜੋ ਉਸ ਵੇਲੇ ਲੋਕਾਂ ਨੇ ਆਪਣੇ, ਚਾਹੇ ਉਹ ਕਾਜੀ ਸੀ, ਚਾਹੇ ਮੁੱਲਾ ਸੀ, ਚਾਹੇ ਪੰਡਤ ਸੀ, ਉਹਨਾਂ ਨੇ ਜਿਹੜੇ ਵੀ ਰੀਤੀ ਰਿਵਾਜ ਅਜਿਹੇ ਬਣਾਏ ਸੀ ਜਿਹੜੇ ਲੋਕਾਂ ਦੇ ਲਈ ਨਹੀਂ, ਲੋਕਾਂ 'ਚ ਨਫ਼ਰਤ ਪੈਦਾ ਕਰ ਰਹੇ ਆ, ਉਹਨਾਂ ਸਭ ਨੂੰ ਭਗਤੀ ਲਹਿਰ ਦੇ ਜਿੰਨੇ ਵੀ ਪਾਤਸ਼ਾਹ ਹੋਏ ਸਭ ਨੇ ਪੰਡਿਆ। ਸੋ ਇਸੇ ਸ਼ਬਦ ਦੇ ਵਿੱਚ ਵੀ ਪਹਿਲੇ ਪਾਤਸ਼ਾਹ ਪੰਡਤ ਨੂੰ ਸਮਝਾ ਰਹੇ ਆ ਕਿ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਕਹਿੰਦੇ ਇਹ ਜੋ ਚਰਚਾ ਕਰ ਰਹੇ ਆ ਮਾਸ ਖਾਣ ਦੀ, ਇੱਕ ਦੂਸਰੇ ਦੇ ਨਾਲ ਝਗੜ ਰਹੇ ਆ, ਵਿਚਾਰ ਕਰ ਰਹੇ ਆ, ਇਹਦੇ ਬਾਰੇ ਤੁਹਾਡੀ ਸੁਰਤ, ਤੁਹਾਡੀ ਸਮਝ ਜਿਹੜੀ ਹੈ ਉਹ ਤੁਹਾਨੂੰ ਨਹੀਂ ਹੈ। ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮੈਂ ਪਾਪ ਸਮਾਣੇ। ਇਹ ਪੰਡਤ ਜੀ ਕਹਿੰਦੇ ਮਾਸ ਖਾਣਾ ਚੰਗਾ ਹੈ ਜਾਂ ਸਾਗ ਖਾਣਾ ਚੰਗਾ ਹੈ, ਕਿਸ ਦੇ ਨਾਲ ਪਾਪ ਲੱਗਦਾ ਹੈ, ਕਿਸ ਦੇ ਨਾਲ ਨਹੀਂ ਲੱਗਦਾ, ਕਿਸ ਦੇ ਵਿੱਚ ਪਾਪ ਹਨ, ਕਿਸ ਦੇ ਵਿੱਚ ਪੁੰਨ ਹਨ, ਇਸ ਬਾਰੇ ਤੁਹਾਡੀ ਸੁਰਤ ਜਿਹੜੀ ਸਮਝ ਜਿਹੜੀ ਹੈ ਉਹ ਉਸ ਨਹੀਂ ਪਹੁੰਚੀ, ਜਿਸ ਲਈ ਲੋਕਾਂ ਦੇ ਵਿੱਚ ਇਹ ਚਰਚਾ ਕਰਨੀ ਬੇਕਾਰ ਹੈ। ਲੋਕਾਂ ਦੇ ਵਿੱਚ, ਮਨੁੱਖਤਾ ਦੇ ਵਿੱਚ ਇਹ ਨਫ਼ਰਤ ਦੇ ਬੀਜ ਨਹੀਂ ਬੀਜਣੇ ਚਾਹੀਦੇ। ਇਹ ਸ਼ਬਦ ਜਿਹੜਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਭਰੇ ਮੇਲੇ ਦੇ ਵਿੱਚ ਕੁਰਕਸ਼ੇਤਰ ਦੀ ਧਰਤੀ ਦੇ ਉੱਤੇ ਉਚਾਰਿਆ, ਕਿਉਂਕਿ ਉਹਨਾਂ ਦਾ ਧਿਆਨ ਜਿਹੜਾ ਲੋਕਾਂ ਦਾ ਖਿੱਚਣਾ ਅਤੇ ਲੋਕਾਂ ਨੂੰ ਬਾਣੀ ਦੇ ਰਾਹੀਂ, ਆਪਣੇ ਗਿਆਨ ਦੇ ਰਾਹੀਂ ਸਮਝਾਉਣਾ ਇੱਕ ਬਹੁਤ ਵੱਡਾ ਹੀ ਉਪਰਾਲਾ ਸੀ, ਪਰਉਪਕਾਰ ਸੀ, ਤਾਂ ਕਿ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਨਾ ਹੋਵੇ, ਲੋਕ ਪਿਆਰ ਮੁਹੱਬਤ ਦੇ ਨਾਲ ਆਪਣਾ ਜੀਵਨ ਨੂੰ ਬਤੀਤ ਕਰਨ। ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਕਹਿੰਦੇ ਦੇਵਤਿਆਂ ਲਈ ਗੈਂਡਾ ਮਾਰ ਕੇ ਜੱਗ ਕੀਤਾ ਜਾਂਦਾ ਰਿਹਾ ਕਿ ਲੋਕਾਂ ਨੇ ਜੱਗ ਦੇ ਲਈ ਗੈਂਡੇ ਨੂੰ ਮਾਰਿਆ, ਉਸ ਦੇ ਮਾਸ ਨੂੰ ਖਾਧਾ। ਇਹ ਕਹਾਵਤ ਜਿਹੜੀ ਹੈ ਚੱਲੀ ਆਉਂਦੀ ਹੈ ਕਿ ਤ੍ਰੇਤੇ ਦੇ ਵਿੱਚ ਜੱਗ ਜਿਹੜੇ ਕੀਤੇ ਜਾਂਦੇ ਸੀ ਉਸ ਵੇਲੇ ਬਲੀ ਦਿੱਤੀ ਜਾਂਦੀ ਸੀ। ਮਾਸ ਛੋੜ ਬੈਸ ਨਕ ਪਕੜੇ, ਰਾਤੀ ਮਾਨਸ ਖਾਣੇ। ਕਹਿੰਦੇ ਲੋਕਾਂ ਨੂੰ ਦਿਖਾ ਰਿਹਾ ਤਾਂ ਨੱਕ ਪਕੜ ਰਿਹਾ ਕਿ ਇਹ ਲੋਕ ਮਾਸ ਖਾ ਰਹੇ, ਮੈਨੂੰ ਚੰਗਾ ਨਹੀਂ ਲੱਗਦਾ, ਪਰ ਰਾਤ ਵੇਲੇ ਤੋਂ ਮਾਨਸ ਖਾ ਰਿਹਾ, ਸਮੁੱਚੇ ਮਾਨਸ ਨੂੰ ਤੂੰ ਖਾ ਰਿਹਾ। ਉਹ ਕਿਉਂ ਖਾ ਰਿਹਾ? ਕਿਉਂਕਿ ਇਹ ਜੱਗ ਜਿਹੜੇ ਆ ਕੀਤੇ ਜਾਂਦੇ ਸੀ। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਸ਼ਬਦ ਦੇ ਵਿੱਚ ਲਿਖਦੇ ਆ, ਜਾਕੇ ਈਦ ਬਕਰੀਦ ਕੁਲ ਗਊ, ਬਦ ਕਰ ਮਾਨੀਏ ਸ਼ੇਖ ਸ਼ਹੀਦ ਪੀਰਾ, ਐਸੀ ਸਰੀ ਬਾਪ ਐਸੀ ਸਰੀ ਪੁੱਤ, ਤ੍ਰੈ ਲੋਕ ਪ੍ਰਸਿੱਧ ਕਬੀਰਾ। ਸਤਿਗੁਰੂ ਕਬੀਰ ਮਹਾਰਾਜ ਜੀ ਦਾ ਜਿਹੜਾ ਪਾਲਣ ਪੋਸ਼ਣ ਨੀਰੂ ਜਲਾਹੇ ਦੇ ਘਰ ਹੋਇਆ ਅਤੇ ਸਤਿਗੁਰੂ ਕਬੀਰ ਮਹਾਰਾਜ ਜੀ ਮੁਸਲਮਾਨੀ ਕੁਲ ਦੇ ਵਿੱਚ ਸੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਲਿਖਦੇ ਕਿ ਉਹਨਾਂ ਦੀ ਕੁਲ ਦੇ ਵਿੱਚ ਬੱਕਰਿਆਂ ਨੂੰ ਜਾਂ ਗਊਆਂ ਨੂੰ ਜਾਂ ਕਿਸੇ ਹੋਰ ਪਸ਼ੂਆਂ ਨੂੰ ਮਾਰ ਕੇ ਬਲੀ ਚੜਾ ਕੇ ਦੇਵਤਿਆਂ ਨੂੰ ਖੁਸ਼ ਕੀਤਾ ਜਾਂਦਾ ਸੀ।
पर सतगुर कबीर महाराज जी ने यह छड़ दिता कि नहीं, ये मैं नहीं करना। और ये ना करन दे नाल भी वो 3 लोकां दे विच उन्हां दा नाम चल रहा, इत्थे भी और परलोक विच भी। क्योंकि रीति रिवाजां दे नाल कुछ नहीं बन सकता जेकर मन जिहड़ा वो साफ नहीं गा, मन पवित्र नहीं है। सो मांस छोड़ बैस नक पकड़े राती मांस खाने। कहते पंडे तू नक पकड़ के बह जाना कि मांस खा रहे है, ये चंगे नहीं, पर रात ਨੂੰ तू मांस ही खा रहा, समुचे मांस ਨੂੰ खा रहा। क्योंकि बंदा जन्म जिहड़ा है वो मांस तो लै रहा। 2 मांस जदों इकट्ठे हुंदे आ जनानी और बंदे दे रूप दे विच तां उन्हां तो मांस ही पैदा हुंदा। फड़कर लोकां नूं दिखलावे ज्ञान ध्यान नहीं सूझे। कहंदे बैठ जाना तू कि लोकां नूं दिखा दिया कि मैं तां ये काम नहीं करता, पर तेनू वो सुरत ते समझ नहीं है। नानक अंधे स्यो क्या कहिए, कहे ना कहा बूझे। कहंदे इहो जिहे लोकां नूं की कहना चाहिदा ਜਿਹੜੇ समझाया भी समझ नहीं सकते। इस करके कोई झगड़ा या चर्चा का विषय नहीं बनाना चाहिए। जेकर कोई नहीं समझदा उसकी समझ जिहड़ी परमात्मा ने उन्नक दिती है। सो सतगुरु नानक पातशाह भी यही गल कह रहे वे ये अंधे हुए है, ज्ञान नहीं है, इन्हों सुरत नहीं है, समझ नहीं है। इस करके ये लोगों को दिखा रहे हैं कि असी तो ये काम नहीं करते। अंधा सोए जो अंध कमावे तिस रिद्धे से लोचन नाही। सतगुरु नानक पातशाह कह रहे हैं कि अंधा वो नहीं है जैसे जिसदियां अखां नहीं है। अंधा वो है जिसदियां अखां हन पर उहदे हिरदे दे विच परमात्मा का डर नहीं है, भय नहीं है, उसनूं ज्ञान नहीं है। अखां होण दे बावजूद भी उहदा अंधा बनया होया है। मात पिता रखतन पन्ने मच्छी मांस ना खाही। कहंदे मात पिता दे रक्त और बूंद तो तेरा जन्म होया, पर हुण तू आके पंडे कह रहा कि मच्छी ते मांस नहीं खाना चाहिए, जदों कि तेरा तो जन्म ही तेरी पैदाइश ही मांस तो हुई है। इस्त्री पुरखे जान समेला उथे मंद कमाही। जदों कहंदे स्त्री ते पुरुष आपस विच मिलदे आ उथे तां जो भी आपस विच मेल होके उन्हां दे जीव पैदा हुंदा। मासो निम्मे मासो जम्मे हम मासे के भांडे। कहंदे मास ने ही साडा मुੱਢ बन्निया, मास तो ही असी जम्मे ते मास ही सानू जद तन मिलिया इहदे विच भी मास है। सो मास मास करके झगड़ना जिहड़ा किसी दे नाल ये नहीं चाहिए। ज्ञान ध्यान कुछ सूझे नाही चित्र कहावे पांडे। कहंदे पंडित तू आप अपने चित्र कहा रहा, चलाक बन रहा, पर तेनों ज्ञान ते ध्यान तेरी समझ जिहड़ी है, तेरी सोच जिहड़ी है वो तेनों उहदे नाल कुछ भी पता नहीं लग रहा, पर तू चलाकियां कर रहा। क्योंकि जे तेनों ये पता होवे कि मांस जिहड़ा ये पैदा कित्थों होया तां कोई भी जीव बचदा ही नहीं है जिहड़ा मांस तो पैदा नहीं होया, जिस तो मांस पैदा हो रहा है। बाहर का मांस मंदा स्वामी, घर का मांस चंगेरा। कहंदे बाहर का मांस तो तू कहना बहुत माड़ा है, पर घर तू मांस ही खा रहा। जिस पत्नी नाल तेरा संपर्क हुंदा वो भी मांस की बनी हुई। साडा परिवार सारिਆਂ ਦਾ सारा मांस दे बने हुए हैं। फिर असीं बाहर दे मांस नूं क्यों माड़ा कह रहे हैं ते घर दे मांस नूं चंगा कह रहे हैं। जी जंत सब मासे होए जी लहे बसेरा। सारे जी कहंदे जंतु जिन्ने भी मांस तो ही पैदा होए ते मांस दे विच ही इस जिंद दा बसेरा है। जिहड़ी साडी जिंद, जिहड़ी साडी रूह परमात्मा तो विछड़ी हुई है, ਉਹਦਾ बसेरा भी जिहड़ा इस तन दे विच है, जिहड़ा मांस दा बनया होया। आ पख पखे पख तज छोड़े अंध गुरु जिन केरा। कहंदे तैनूं जिहड़ा माड़ा खाना जां माड़ा कहना कि ये छड्ड दिता, ये नहीं छड्डिया, ये तैनूं पता नहीं है। तैनूं गुरु दे ज्ञान तो यह पता लगना है। जिन्हें तैनूं ये ज्ञान दिता कि मांस माड़ा है, उसकी समझ नहीं है। क्योंकि मासो निम्मे मासो जम्मे हम मासे के भांडे। असीं तां सारे मांस तो ही जम्मे हुए हैं, मांस तो ही साडे विच ये तन मिलिया मांस दा,
ਤੇ ਮਾਸ ਤੋਂ ਹੀ ਸਾਡਾ ਮੁੱਢ ਵੱਜਿਆ। ਇਸ ਕਰਕੇ ਸਾਨੂੰ ਗਿਆਨ ਜਿਹੜਾ ਆ ਪੰਡਤ ਜੀ ਤੈਨੂੰ ਨਹੀਂ ਹੈ, ਇਸ ਕਰਕੇ ਤੂੰ ਲੋਕਾਂ ਨੂੰ ਜਿਹੜਾ ਕਹਿ ਰਿਹਾ ਇਹ ਠੀਕ ਨਹੀਂ ਹੈ। ਗਿਆਨ ਧਿਆਨ ਕੁਛ ਸੁਝੇ ਨਹੀਂ, ਚਿੱਤਰ ਕਹਾਵੇ ਪਾਂਡੇ। ਕਹਿੰਦੇ ਪਾਂਡੇ ਤੂੰ ਚਤਰਾਈਆਂ ਕਰਦਾ, ਤੇਰੇ ਗਿਆਨ ਦੀ ਸੁਰਤ ਜਿਹੜੀ ਹੈ, ਤੇਰੀ ਸਮਝ ਜਿਹੜੀ ਹੈ, ਉਹਦੇ ਵਿੱਚ ਤੈਨੂੰ ਇੰਨਾ ਨਹੀਂ ਪਤਾ ਕਿ ਮਾਸ ਖਾਣਾ ਮਾੜਾ ਹੈ ਜਾਂ ਮਾਸ ਛੱਡਣਾ ਮਾੜਾ ਹੈ। ਇਹ ਤਾਂ ਇੱਕ ਨਫ਼ਰਤ ਦਾ ਬੀਜ ਬੀਜਣ ਵਾਲੀ ਗੱਲ ਹੈ ਕਿ ਮਨੁੱਖਤਾ ਨੂੰ ਅਸੀਂ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਵੰਡ ਦੇਵਾਂਗੇ। ਮਾਸ ਪ੍ਰਾਣੀ ਮਾਸ ਕਤੇਬੀ, ਚੌ ਜੁਗ ਮਾਸ ਕਮਾਣਾ। ਕਹਿੰਦੇ ਸਾਡੇ ਜਿਹੜੇ ਹਿੰਦੂਆਂ ਦੇ ਸ਼ਸਤਰ ਆ, ਵੇਦ ਆ ਅਤੇ ਮੁਸਲਮਾਨੀ ਕਿਤਾਬਾਂ ਦੇ ਵਿੱਚ ਵੀ ਇਹ ਲਿਖਿਆ ਹੋਇਆ ਮਾਸ ਸਾਰੇ ਖਾਂਦੇ ਆ। ਦੇਵਤੇ ਵੀ ਮਾਸ ਖਾਂਦੇ ਰਹੇ। ਇੱਕ ਸਾਡੀਆਂ ਧਾਰਮਿਕ ਪੁਸਤਕਾਂ ਦੇ ਵਿੱਚ ਲਿਖਿਆ ਹੋਇਆ, ਜੱਜ ਕਾਜ ਵਿਆਹ ਸੁਹਾਵੇ, ਉੱਥੇ ਮਾਸ ਸਮਾਣਾ। ਨਾ ਕਹਿੰਦੇ ਤੇਰਾ ਵਿਆਹ, ਨਾ ਤੇਰਾ ਕੋਈ ਕਾਰਜ ਵਿਆਹ ਦੇ ਵਿੱਚ, ਔਰ ਜਿੰਨਾ ਵੀ ਤੇਰਾ ਕੋਈ ਘਰ ਦੇ ਵਿੱਚ ਤੇਰੇ ਫੰਕਸ਼ਨ ਹੁੰਦਾ, ਕੋਈ ਤੂੰ ਕਾਜ ਕਰਦਾ, ਕੰਮ ਕਰਦਾ ਕੋਈ ਵੀ ਚੰਗਾ, ਉੱਥੇ ਤੂੰ ਮਾਸ ਨੂੰ ਪਰੋਸਦਾ ਹੈ। ਉੱਥੇ ਮਾਸ ਤੈਨੂੰ ਚੰਗਾ ਲੱਗਦਾ ਹੈ ਕਿ ਮਾਸ ਜਿਹੜਾ ਪਰੋਸਿਆ ਜਾਣਾ ਚਾਹੀਦਾ, ਵਿਆਹਾਂ ਦੇ ਵਿੱਚ ਪਰੋਸਦਾ। ਪਰ ਉਸ ਤਰ੍ਹਾਂ ਨਫ਼ਰਤ ਕਰ ਰਹੇ ਹਾਂ। ਜਦੋਂ ਸਾਡੀਆਂ ਧਾਰਮਿਕ ਪੁਸਤਕਾਂ ਦੇ ਵਿੱਚ ਲਿਖ ਦਿੱਤਾ, ਅਸੀਂ ਵਿਆਹ ਸ਼ਾਦੀਆਂ ਕੰਮਾਂ ਦੇ ਵਿੱਚ ਅਸੀਂ ਵਰਤ ਰਹੇ ਹਾਂ, ਫਿਰ ਅਸੀਂ ਕਿਉਂ ਇਹਨੂੰ ਨਫ਼ਰਤ ਦਾ ਵਿਸ਼ਾ ਬਣਾ ਲਿਆ। ਇਸਤਰੀ ਪੁਰਖ ਨਿਪਜੇ ਮਾਸੋ, ਪਾਤਸ਼ਾਹ ਸੁਲਤਾਨਾ। ਕਹਿੰਦੇ ਜਿਹੜੇ ਇਸਤਰੀ ਪੁਰਸ਼ ਦੋਨੋਂ ਮਾਸ ਦੇ ਬਣੇ ਹੋਏ, ਪਰ ਜਦੋਂ ਇਹਨਾਂ ਦਾ ਮੇਲ ਹੋਇਆ ਆਪਸ ਵਿੱਚ, ਇਹਨਾਂ ਤੋਂ ਹੀ ਰਾਜੇ ਮਹਾਰਾਜੇ ਜਨਮ ਲੈਂਦੇ ਆ। ਉਹ ਵੀ ਮਾਸ ਦੇ ਬਣੇ ਹੋਏ, ਰਾਜਾ ਵੀ ਮਾਸ ਦਾ ਬਣਿਆ ਹੋਇਆ, ਬਾਦਸ਼ਾਹ ਵੀ ਮਾਸ ਦਾ ਬਣਿਆ ਹੋਇਆ। ਜੇ ਉਹ ਦਿਸੇ ਨਰਕ ਜਾਵੇ ਤਾਂ ਉਨਕਾ ਦਾਨ ਨਾ ਲੈਣਾ। ਪਰ ਕਹਿੰਦੇ ਪੰਡਤ ਤੂੰ ਰਾਜਿਆਂ ਕੋਲੋਂ ਤਾਂ ਦਾਨ ਲੈ ਰਿਹਾ। ਜੇ ਇਹ ਮਾਸ ਖਾਣ ਵਾਲੇ ਚੰਗੇ ਨਹੀਂ ਹੈ ਤੇ ਫਿਰ ਉਹਨਾਂ ਤੋਂ ਦਾਨ ਕਿਉਂ ਲੈ ਰਿਹਾ? ਦਾਨ ਦੇਣ ਵਾਲਾ ਜੇ ਨਰਕ ਨੂੰ ਜਾਂਦਾ ਤੇ ਲੈਣ ਵਾਲਾ ਕਿਉਂ ਨਹੀਂ ਜਾਊਗਾ ਉਸ ਤੋਂ? ਬਹੁਤ ਵੱਡੀ ਗੱਲ ਪੰਡਤ ਨੂੰ ਕਹਿ ਰਹੇ ਆ ਕਿ ਇਸ ਨਫ਼ਰਤ ਦੇ ਬੀਜ ਨੂੰ ਕਿਸੇ ਵੀ ਤਰੀਕੇ ਦੇ ਨਾਲ ਰੋਕੋ ਤਾਂ ਕਿ ਸਾਡੀ ਮਨੁੱਖਤਾ ਦੇ ਵਿੱਚ ਨਫ਼ਰਤਾਂ ਦੇ ਬੀਜ ਨਾ ਫੈਲਣ। ਦਿਨ ਦਾ ਨਰਕ ਸੁਰਗ ਲੈਂਦੇ, ਦੇਖੋ ਇਹ ਤਿਗਾਣਾ। ਕਹਿੰਦੇ ਦੇਖੋ ਕਿੱਡਾ ਵੱਡਾ ਤੂੰ ਬੇਇਨਸਾਫੀ ਕਰ ਰਿਹਾ ਵੀ ਜਿਹੜਾ ਕਹਿੰਦੇ ਤੈਨੂੰ ਦਾਨ ਦੇ ਰਿਹਾ ਉਹ ਮਾਸ ਖਾ ਰਿਹਾ, ਉਹ ਤਾਂ ਕਹਿੰਦੇ ਨਰਕ ਨੂੰ ਜਾਊਗਾ ਤੇ ਤੂੰ ਲੈਣ ਵਾਲਾ ਜਿਹੜਾ ਸੁਰਗ ਨੂੰ ਜਾਊਗਾ। ਕਿੱਡੀ ਵੱਡੀ ਬੇਇਨਸਾਫੀ ਦੱਸ ਰਿਹਾ ਤੂੰ। ਜੇ ਦਲਾਲ ਜਿਹੜਾ ਆ, ਜੇ ਪਾਪ ਕਮਾਉਣ ਵਾਲੇ ਦੇ ਵਿੱਚ ਦਲਾਲ ਜਿਹੜਾ ਆ, ਉਹ ਕਦੇ ਨਰਕ ਨੂੰ ਨਹੀਂ ਜਾਊਗਾ। ਜੇਕਰ ਰਾਜਾ ਰਾਣੇ ਜਿਹੜੇ ਪਾਤਸ਼ਾਹ ਜਿਹੜੇ ਮਾਸ ਖਾ ਰਹੇ, ਜਿਨ੍ਹਾਂ ਤੋਂ ਤੂੰ ਦਾਨ ਲੈ ਰਿਹਾ, ਜਿਨ੍ਹਾਂ ਲੋਕਾਂ ਤੋਂ ਤੂੰ ਦਾਨ ਲੈ ਰਿਹਾ, ਜੇ ਉਹ ਮਾਸ ਨਹੀਂ ਖਾਂਦੇ ਫਿਰ ਤਾਂ ਠੀਕ ਹੈ। ਜੇ ਮਾਸ ਖਾਣ ਵਾਲਿਆਂ ਤੋਂ ਤੂੰ ਦਾਨ ਕਬੂਲ ਕਰ ਰਿਹਾ ਤੇ ਫਿਰ ਜਿਹੜਾ ਆ ਇਹ ਬੇਇਨਸਾਫੀ, ਇਹ ਤੰਗਾਣਾ, ਇਹ ਧੱਕਾ ਹੈ। ਆਪ ਨਾ ਬੂਝੇ ਲੋਕ ਬੁਝਾਵੇ, ਪਾਂਡੇ ਖਰਾ ਸਿਆਣਾ। ਕਹਿੰਦੇ ਤੂੰ ਕਿੰਨਾ ਸਿਆਣਾ ਬਣਿਆ ਹੋਇਆ, ਚਤਰ ਬਣਿਆ ਹੋਇਆ, ਚਲਾਕ ਬਣਿਆ ਹੋਇਆ, ਆਪ ਤਾਂ ਬੁੱਝਦਾ ਨਹੀਂ, ਆਪ ਤੈਨੂੰ ਸਮਝ ਨਹੀਂ ਆ ਰਹੀ, ਪਰ ਲੋਕਾਂ ਨੂੰ ਸਮਝਾ ਰਿਹਾ, ਲੋਕਾਂ ਨੂੰ ਦੱਸ ਰਿਹਾ ਕਿ ਮਾਸ ਖਾਣਾ ਮਾੜਾ ਹੈ। ਇਸ ਕਰਕੇ ਸਤਿਗੁਰੂ ਨਾਨਕ ਪਾਤਸ਼ਾਹ ਜਿਹੜੀ ਗੱਲ ਬਾਰ-ਬਾਰ ਸਮਝਾ ਰਿਹਾ ਪਾਂਡੇ ਨੂੰ, ਉਹ ਇੱਕੋ ਹੀ ਕਾਰਨ ਹੈ ਉਸਦਾ ਕਿ ਨਫ਼ਰਤ ਦਾ ਬੀਜ ਜਿਹੜਾ ਮਨੁੱਖਤਾ ਦੇ ਵਿੱਚ ਬੀਜਣਾ ਨਹੀਂ ਚਾਹੀਦਾ, ਜਿਸ ਦੇ ਨਾਲ ਲੋਕਾਂ ਦੇ ਵਿੱਚ ਦੰਗੇ ਫਸਾਦ ਹੋ ਜਾਣ। ਪਾਂਡੇ ਤੂੰ ਜਾਣੇ ਹੀ ਨਹੀਂ, ਕਿੱਥੋਂ ਮਾਸ ਆਪਣਾ। ਕਹਿੰਦੇ ਹੈ ਪੰਡਤ ਤੂੰ ਜਾਣਦੇ ਨਹੀਂ ਹੈ ਕਿ ਮਾਸ ਪੈਦਾ ਕਿੱਥੋਂ ਹੋ ਰਿਹਾ ਹੈ। ਇਹ ਮਾਸ ਜਿਹੜਾ ਆ ਇਹ ਕਿੱਥੋਂ ਪੈਦਾ ਹੋ ਰਿਹਾ, ਇਸ ਬਾਰੇ ਤੈਨੂੰ ਗਿਆਨ ਨਹੀਂ ਹੈ, ਤੈਨੂੰ ਸਮਝ ਨਹੀਂ ਹੈ। ਤੋਇਓ ਅੰਨ ਕਮਾਦ ਕਪਾਹਾਂ, ਤੋਇਓ ਤ੍ਰੈ ਭਣ ਗੰਨਾ। ਕਹਿੰਦੇ ਇਸ ਪਾਣੀ ਤੋਂ ਹੀ ਅੰਨ ਪੈਦਾ ਹੋ ਰਿਹਾ, ਕਮਾਦ ਪੈਦਾ ਹੋ ਰਿਹਾ, ਕਪਾਹਾਂ ਪੈਦਾ ਹੋ ਰਹੀਆਂ, ਗੰਨਾ ਪੈਦਾ ਹੋ ਰਿਹਾ, ਸਾਰਾ ਕੁਝ ਪਾਣੀ ਤੋਂ ਹੀ ਪੈਦਾ ਹੋ ਰਿਹਾ। ਔਰ ਇਹ ਚੀਜ਼ਾਂ ਜਿਹੜੇ ਖਾ ਰਹੇ ਆ ਉਹਨਾਂ ਦੇ ਵਿੱਚ ਮਾਸ ਜਿਹੜਾ ਆ ਬਣ ਰਿਹਾ ਇਹਨਾਂ ਚੀਜ਼ਾਂ ਤੋਂ। ਪਾਣੀ ਜੇਕਰ ਕਿਸੇ ਚੀਜ਼ ਨੂੰ ਨਾ ਮਿਲੇ ਤਾਂ ਉਹ ਜਿਹੜੀ ਹੈ ਖਤਮ ਹੋ ਜਾਂਦੀ ਚੀਜ਼। ਸੋ ਮਾਸ ਨੂੰ ਬਣਨ ਲਈ ਪਾਣੀ ਦੀ ਜਿਹੜੀ ਬੂੰਦ ਆ, ਪਾਣੀ ਮਿਲਣਾ ਜਿਹੜਾ ਆ, ਚਾਹੇ ਉਹ ਬਨਸਪਤੀ ਹੈ ਚਾਹੇ ਉਹ ਮਨੁੱਖ ਆ, ਜੇਕਰ ਪਾਣੀ
ਦੀ ਵਰਤੋਂ ਨਹੀਂ ਕਰਦਾ ਤਾਂ ਉਹਦਾ ਜੀਵਨ ਜਿਹੜਾ ਖਤਮ ਹੋ ਜਾਂਦਾ। ਤਾਂ ਜੇਕਰ ਪਾਣੀ ਤੋਂ ਹੀ ਸਾਰੀਆਂ ਚੀਜ਼ਾਂ ਉਪਜ ਰਹੀਆਂ ਤੇ ਫਿਰ ਮਾंस ਖਾਣਾ ਕਿਉਂ ਮਾੜਾ ਹੋਇਆ? ਫਿਰ ਆਪਾਂ ਅੰਨ ਕਿਉਂ ਖਾ ਰਹੇ ਹਾਂ? ਗੰਨਾ ਕਿਉਂ ਖਾ ਰਹੇ ਹਾਂ? ਕੱਪੜਾ ਅਸੀਂ ਲੈ ਰਹੇ ਹਾਂ, ਕਪਾਹਾਂ ਤੋਂ ਕੱਪੜਾ ਪੈਦਾ ਹੋ ਰਿਹਾ। ਸੋ ਜਿੰਨੀਆਂ ਵੀ ਫਸਲਾਂ ਸਭ ਨੂੰ ਪਾਣੀ ਲੱਗ ਰਿਹਾ, ਕਿਉਂਕਿ ਜੇਕਰ ਪਾਣੀ ਨਾ ਮਿਲੇ ਤੇ ਸਾਰੀ ਬਨਸਪਤੀ ਕਮਲਾ ਜਾਂਦੀ ਹੈ। ਤੋਆ ਆਖੇ ਹੋ ਬਹੁ ਬਿਦ ਅੱਛਾ, ਤੋਆ ਬਹੁਤ ਬੇਕਾਰਾ। ਜਿਹੜਾ ਪਾਣੀ ਹੈ ਉਹ ਕਹਿੰਦੇ ਮੈਂ ਕਈ ਪ੍ਰਕਾਰ ਦੇ ਨਾਲ, ਕਈ ਤਰੀਕਿਆਂ ਦੇ ਨਾਲ ਇਹ ਸਾਰਾ ਹੀ ਸ੍ਰਿਸ਼ਟੀ ਨੂੰ ਅੱਗੇ ਵਧਾ ਰਿਹਾ, ਵੱਖਰੇ ਵੱਖਰੇ ਤਰੀਕੇ ਦੇ ਨਾਲ। ਬਹੁਤ ਹੀ ਤਰੀਕੇ ਹੈ। ਕਿਸੇ ਨੂੰ ਪਾਣੀ ਕਿਸੇ ਤਰੀਕੇ ਦੇ ਨਾਲ ਮਿਲ ਰਿਹਾ, ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਮਿਲ ਰਿਹਾ, ਕਿਸੇ ਨੂੰ ਜ਼ਿਆਦਾ ਚਾਹੀਦਾ, ਕਿਸੇ ਨੂੰ ਥੋੜਾ ਚਾਹੀਦਾ। ਇਹ ਸਾਰਾ ਕੁਝ ਪਾਣੀ ਤੋਂ ਹੀ ਪੈਦਾ ਹੋ ਰਿਹਾ। ਇੱਥੇ ਰਸ ਛੋੜ ਹੋਵੇ ਸੰਨਿਆਸੀ, ਨਾਨਕ ਕਹੇ ਵਿਚਾਰਾ। ਕਹਿੰਦੇ ਪੰਡਿਤ ਜੀ ਜਾਂ ਤੇ ਸਾਰੇ ਹੀ ਰਸ ਛੱਡ ਦਈਏ ਕਿ ਅੰਨ ਵੀ ਨਹੀਂ ਖਾਣਾ, ਗੰਨਾ ਵੀ ਨਹੀਂ ਖਾਣਾ। ਜਿਹੜੀ ਵੀ ਬਨਸਪਤੀ ਪਾਣੀ ਤੋਂ ਪੈਦਾ ਹੋ ਰਹੀ ਹੈ ਉਹ ਅਸੀਂ ਖਾਣੀ ਨਹੀਂ ਹੈ। ਇੰਨੇ ਰਸ ਛੱਡ ਕੇ ਦੇਖ। ਜੇ ਨਹੀਂ ਛੱਡ ਸਕਦਾ ਤੇ ਸਤਿਗੁਰੂ ਨਾਨਕ ਦੇਵ ਜੀ ਕਹਿ ਰਹੇ ਆ ਕਿ ਇਹਦੇ ਤੇ ਵਿਚਾਰ ਕਰ। ਸੋ ਇਸ ਸ਼ਬਦ ਰਾਹੀਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਦੂਸਰੇ ਦੇ ਨਾਲ ਨਫ਼ਰਤ ਨਾ ਕਰੋ, ਪਿਆਰ ਦੇ ਬੀਜ ਬੀਜੋ। ਜੇਕਰ ਜੀਵਨ ਨੂੰ ਸਫਲ ਕਰਨਾ ਹੈ ਤਾਂ ਉਹ ਨਾਮ ਦੇ ਨਾਲ ਹੋਣਾ ਹੈ। ਇਸਤਰੀ ਵੀ ਮਾंस ਤੋਂ ਬਣੀ ਹੋਈ ਹੈ, ਬੰਦਾ ਵੀ मांस ਤੋਂ ਬਣਿਆ ਹੋਇਆ, ਸਾਰੀਆਂ ਚੀਜ਼ਾਂ मांस ਤੋਂ ਚੱਲ ਰਹੀਆਂ ਤੇ ਫਿਰ ਅਸੀਂ ਮਾंस ਕਰਕੇ ਇੱਕ ਦੂਸਰੇ ਦੇ ਨਾਲ ਝਗੜ ਰਹੇ ਹਾਂ ਤੇ ਅਸੀਂ ਨਫ਼ਰਤ ਦੇ ਬੀਜ ਬੀਜ ਰਹੇ ਹਾਂ। ਇਹ ਤਾਂ ਮਨੁੱਖਤਾ ਲਈ ਬਹੁਤ ਹੀ ਮਾੜੀ ਹੈ, ਕਿਉਂਕਿ ਇਨਸਾਨੀਅਤ ਤੇ ਚੱਲਦੇ ਹੋਏ ਅਸੀਂ ਮਨੁੱਖਤਾ ਦੀ ਸੇਵਾ ਲਈ, ਜੇਕਰ ਮਨੁੱਖਤਾ ਦੀ ਸੇਵਾ ਜਿਹੜੀ ਹੈ ਉਹ ਸਾਧ ਸੰਗਤ ਦੇ ਵਿੱਚ ਜਾ ਕੇ ਨਹੀਂ ਸਿੱਖੀ ਤਾਂ ਸਾਨੂੰ ਗਿਆਨ ਧਿਆਨ ਗੁਰੂ ਦਾ ਜਿਹੜਾ ਹੈ ਜੋ ਮਿਲਿਆ ਉਹਨੂੰ ਅਸੀਂ ਸਮਝਿਆ ਨਹੀਂ। ਇਹ ਸਾਨੂੰ ਗੁਰੂ ਤੋਂ ਹੀ ਗਿਆਨ ਮਿਲਣਾ ਔਰ ਸਤਸੰਗ ਦੇ ਵਿੱਚ ਜਾ ਕੇ ਮਿਲਣਾ। ਸੋ ਸ਼ਬਦ ਨੂੰ, ਇਸ ਨੂੰ ਵਿਚਾਰਦੇ ਹੋਏ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਰੀਤੀ ਰਿਵਾਜ ਨੂੰ ਕੋਈ ਮਨੁੱਖਤਾ ਕਰ ਰਹੀ ਹੈ, ਅਗਰ ਉਹ ਮਾੜਾ ਹੈ ਤਾਂ ਉਹਨੂੰ ਛੱਡ ਦੇਣਾ ਚਾਹੀਦਾ। ਪਰ ਜੇਕਰ ਕਿਸੇ ਵਿਚਾਰ ਦੇ ਨਾਲ ਮਨੁੱਖਤਾ ਦੇ ਵਿੱਚ ਵੰਡੀਆਂ ਪੈ ਰਹੀਆਂ ਤੇ ਸਾਨੂੰ ਉਹਨਾਂ ਨੂੰ ਰੋਕਣ ਲਈ ਉਪਰਾਲਾ ਕਰਨਾ ਚਾਹੀਦਾ। ਗੁਰੂਆਂ ਦਾ ਸੰਦੇਸ਼ ਹੀ ਇਹੋ ਹੈ। ਇਸੇ ਕਰਕੇ ਚੌਂ ਵਰਨਾਂ ਨੂੰ ਉਪਦੇਸ਼ ਦਿੱਤਾ ਉਹਨਾਂ ਨੇ, ਪੂਰੀ ਦੁਨੀਆ ਨੂੰ ਉਪਦੇਸ਼ ਦਿੱਤਾ। ਜੇਕਰ ਕਹੀਏ ਪਾਣੀ ਇੱਥੇ ਹੈ ਤਾਂ ਪਾਣੀ ਤਾਂ ਸਾਰੀ ਦੁਨੀਆ ਤੇ ਹੈ। ਜੇਕਰ ਹਵਾ ਕਿਹਾ ਉਹਨਾਂ ਨੇ ਕਿ ਸ਼ਲੋਕ ਦੇ ਵਿੱਚ ਉਹਨਾਂ ਨੇ ਸਮਝਾਇਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਾਣੀ ਵੀ ਸਾਰੇ ਹੈ, ਹਵਾ ਵੀ ਸਾਰੇ ਹੈ, ਧਰਤੀ ਵੀ ਸਾਰੇ ਹੈ। ਸੋ ਸੰਦੇਸ਼ ਇਕੱਲਾ ਭਾਰਤ ਦੇ ਲੋਕਾਂ ਨੂੰ ਨਹੀਂ ਦਿੱਤਾ, ਸਾਰੀ ਦੁਨੀਆ ਨੂੰ ਸੰਦੇਸ਼ ਹੈ ਬਾਣੀ ਦਾ। ਇੱਕੋ ਹੀ ਪ੍ਰਾਣੀ ਹੈ, ਇੱਕੋ ਹੀ ਚੀਜ਼ ਤੋਂ ਸਾਰੇ ਬਣੇ ਹੋਏ ਹੈ। ਪੰਜਾਂ ਤੱਤਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਇੱਕ ਤੱਤ ਦੀ ਘਾਟ ਆ ਜਾਵੇ ਉਹ ਜੀ ਨਹੀਂ ਸਕਦਾ। ਸੋ ਇਸ ਸ਼ਬਦ ਤੋਂ ਸਾਨੂੰ ਸਿੱਖਿਆ ਲੈਂਦੇ ਹੋਏ ਮਨੁੱਖਤਾ ਦੇ ਨਾਲ ਪਿਆਰ ਕਰਨਾ ਚਾਹੀਦਾ, ਇੱਕ ਦੂਸਰੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਆਓ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ, ਬੇਨਤੀ ਕਰੀਏ ਕਿ ਸ਼ਬਦ ਨੂੰ ਉਚਾਰਦਿਆਂ ਪੜ੍ਹਦਿਆਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ। ਸਤਿਗੁਰ ਆਪ ਜਾਣੀ ਜਾਣਾ ਮਾਫ ਕਰਨ, ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਦਾ, ਉਚਾਰਨ ਦਾ ਬਲ ਬਖਸ਼ਣ ਅਤੇ ਸ਼ੁੱਧ ਬੁੱਧੀ ਬਖਸ਼ਣ, ਇੰਨੀ ਮਤ ਉੱਚੀ ਬਖਸ਼ਣ ਕਿ ਇਸ ਬਾਣੀ ਜਿਹੜੀ ਕਿ ਗੁਰੂਆਂ ਦੀ ਬਾਣੀ, ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ ਦੀ ਬਾਣੀ ਜਿਹੜੀ ਹੈ, ਇਸ ਨੂੰ, ਇਸ ਦੇ ਅਰਥਾਂ ਨੂੰ ਕਰਨ ਲਈ ਮਤ ਜਿਹੜੀ ਹੈ ਉਹ ਗੁਰੂ ਤੋਂ ਹੀ ਆਉਣੀ ਹੈ। ਬੰਦੇ ਦੇ ਬਸ ਦੀ ਗੱਲ ਕੋਈ ਨਹੀਂ ਹੈ। ਬੰਦਾ ਗਲਤੀਆਂ ਦਾ ਪੁਤਲਾ, ਆਪ ਬਖਸ਼ਣਹਾਰ ਹੈ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹੋਏ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।